ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮੀ ਧਰਮੀ ਭਗਤ ਗਿਆਨੀ। ਕਰਮੀ ਧਰਮੀ ਭਗਤ ਗਿਆਨੀ। ਭਾਈ ਰਤਨ ਸਿੰਘ ਜੀ ਭੰਗੂ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਬਾਰੇ, ਦੈਵੀ ਗੁਣਾਂ ਬਾਰੇ ਦੱਸਦੇ ਹਨ। ਕਰਮੀ ਧਰਮੀ ਭਗਤ ਗਿਆਨੀ ਧਰਮ ਦੇ ਵਿੱਚ ਵੀ ਪਰਪੱਕ ਹਨ, ਕਰਮ ਕਰਦੇ ਹਨ, ਉਦਮੀ ਹਨ, ਭਗਤ ਵੀ ਹਨ, ਭਗਤੀ ਕਰਦੇ ਹਨ ਅਤੇ ਗਿਆਨੀ ਵੀ ਹਨ। ਅੰਦਰੋਂ ਉਹਨਾਂ ਨੂੰ ਗਿਆਨ ਵੀ ਪੂਰਾ ਹੈ। ਸਤਿਗੁਰ ਬਚਨਨ ਪਰਮਤ ਠਾਨੀ। ਸਤਿਗੁਰ ਬਚਨਨ ਪਰਮਤ ਠਾਨੀ ਅਤੇ ਆਪਣੀ ਬੁੱਧੀ ਨੂੰ ਭਾਈ ਮਨੀ ਸਿੰਘ ਨੇ ਸਤਿਗੁਰ ਜੀ ਦੇ ਬਚਨਾਂ ਅਨੁਸਾਰ ਘੜਿਆ ਹੋਇਆ ਹੈ। ਸਤਿਗੁਰ ਜੀ ਦੇ ਬਚਨਾਂ ਦੀ ਕਮਾਈ ਕਰਕੇ ਆਪਣੀ ਬੁੱਧੀ ਨੂੰ ਸ੍ਰੇਸ਼ਟ ਬੁੱਧੀ ਬਣਾਇਆ ਹੈ। ਆਪਣੀ ਬੁੱਧੀ ਨੂੰ ਸ੍ਰੇਸ਼ਟ ਬੁੱਧੀ ਬਣਾਇਆ ਹੈ ਭਾਈ ਮਨੀ ਸਿੰਘ ਜੀ ਨੇ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ। ਕਿਉਂਕਿ ਜਿਹੜੇ ਉੱਤੇ ਭਾਈ ਰਤਨ ਸਿੰਘ ਜੀ ਨੇ ਗੱਲਾਂ ਕੀਤੀਆਂ ਹਨ ਭਾਈ ਮਨੀ ਸਿੰਘ ਜੀ ਬਾਰੇ, ਧਰਮ ਦੇ ਕਾਰਜ ਵੀ ਤਾਂ ਹੋ ਸਕਦੇ ਹਨ ਨਿਰਮਲ ਜੇ ਸਤਿਗੁਰੂ ਜੀ ਦੀ ਸਿੱਖਿਆ ਕੋਲ ਹੈ। ਭਗਤੀ ਵੀ ਤਾਂ ਹੋ ਸਕਦੀ ਹੈ ਜੇ ਸਤਿਗੁਰੂ ਜੀ ਦੇ ਤਰੀਕੇ ਦੇ ਅਨੁਸਾਰ ਭਗਤੀ ਕੀਤੀ ਜਾਂਦੀ ਹੈ। ਤੇ ਗਿਆਨ ਵੀ ਤਾਂ ਹੀ ਹੋ ਸਕਦਾ ਹੈ ਜੇ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਹੈ। ਕਿਉਂਕਿ ਜਿੰਨਾ ਚਿਰ ਸਤਿਗੁਰੂ ਜੀ ਦੇ ਬਚਨਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ, ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਨਹੀਂ ਕੀਤੀ ਜਾ ਰਹੀ, ਉਹਨਾਂ ਚਿਰ ਤੱਕ ਨਾ ਮਨੁੱਖ ਭਗਤੀ ਕਰ ਸਕਦਾ ਹੈ, ਨਾ ਹੀ ਧਰਮ ਦੇ ਨਿਰਮਲ ਕੰਮ ਕਰ ਸਕਦਾ ਹੈ ਤੇ ਨਾ ਹੀ ਉਹਨੂੰ ਅੰਦਰ ਦਾ ਗਿਆਨ ਹੋ ਸਕਦਾ ਹੈ। ਹਾਂ, ਬਾਹਰੀ ਤੌਰ ਤੇ ਪੜ੍ਹ ਲਵੇ ਤੇ ਉਹਦੀ ਨੌਲੇਜ ਜ਼ਰੂਰ ਵੱਧ ਸਕਦੀ ਹੈ, ਉਹਨੂੰ ਬਾਹਰੀ ਤੌਰ ਦਾ ਗਿਆਨ ਜ਼ਰੂਰ ਹੋ ਸਕਦਾ ਹੈ, ਪਰ ਜਿਹੜਾ ਬਾਹਰੀ ਤੌਰ ਦਾ ਗਿਆਨ ਉਹ ਕਦੇ ਵੀ ਪਰਮਾਰਥ ਦੇ ਵਿੱਚ ਸਹਾਈ ਨਹੀਂ ਹੋਵੇਗਾ। ਕਿਉਂਕਿ ਪਰਮਾਰਥ ਦਾ ਗਿਆਨ ਕਿਤਾਬਾਂ ਦੇ ਵਿੱਚੋਂ ਨਹੀਂ ਮਿਲੇਗਾ। ਪਰਮਾਰਥ ਦਾ ਗਿਆਨ ਉਹ ਸਤਿਗੁਰੂ ਜੀ ਦੀ ਕਿਰਪਾ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਕਦੀ ਵੀ ਜਿਹੜਾ ਵਾ ਅੰਦਰ ਦਾ ਗਿਆਨ ਪਰਮਾਰਥ ਦਾ ਗਿਆਨ ਦੁਨਿਆਵੀ ਗਿਆਨ ਦੇ ਵਿੱਚੋਂ ਨਹੀਂ ਮਿਲੇਗਾ, ਕਿਤਾਬਾਂ ਦੇ ਵਿੱਚੋਂ ਨਹੀਂ ਮਿਲੇਗਾ। ਕਿਉਂਕਿ ਕਿਤਾਬਾਂ ਦਾ ਗਿਆਨ ਪ੍ਰਾਪਤ ਕਰਕੇ ਅਸੀਂ ਸਮਾਜਿਕ ਪੱਖ ਤੋਂ, ਦੁਨਿਆਵੀ ਪੱਖ ਤੋਂ ਤਰੱਕੀ ਕਰ ਸਕਦੇ ਹਾਂ, ਪਰ ਇਸ ਗਿਆਨ ਦੇ ਨਾਲ ਅਸੀਂ ਕਦੇ ਵੀ ਪਰਮਾਰਥ ਨਹੀਂ ਹਾਸਲ ਕਰ ਸਕਾਂਗੇ। ਜੇ ਪਰਮਾਰਥ ਹਾਸਲ ਕਰਨਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਤਾਂ ਉਹਦੇ ਲਈ ਜਿਹੜਾ ਅੰਦਰ ਦਾ ਗਿਆਨ ਹੀ ਚਾਹੀਦਾ ਹੈ। ਕਿਉਂਕਿ ਜਿੰਨੇ ਵੀ ਮਹਾਤਮ ਹੋਏ ਹਨ, ਬੰਦਗੀ ਕਰਨ ਵਾਲੇ ਹੋਏ ਹਨ, ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ, ਉਦਾਹਰਨ ਦੇ ਤੌਰ ਤੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੀ ਗੱਲ ਕਰ ਲਈਏ। ਸਾਰੇ ਆਪਾਂ ਉਹਨਾਂ ਦੇ ਜੀਵਨ ਨੂੰ ਜਾਣਦੇ ਹਾਂ। 7 ਸਾਲ ਦੀ ਲਗਭਗ ਉਮਰ ਹੈ, ਪਰ ਮਾਤਾ ਪਿਤਾ ਦਾ ਸਾਇਆ ਸਿਰ ਤੇ ਨਹੀਂ, ਤੇ ਬਚਪਨ ਵਿੱਚ ਹੀ ਉਹਨਾਂ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਤੇ ਕਿਸੇ ਵੀ ਵਿਦਵਾਨ ਨੇ ਇਹ ਗੱਲ ਨਹੀਂ ਲਿਖੀ ਕਿ ਭਾਈ ਜੇਠਾ ਜੀ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕ ਦਿਨ ਵੀ ਕਿਸੇ ਸਕੂਲ ਵਿੱਚ ਗਏ ਹੋਣ, ਇੱਕ ਦਿਨ ਵੀ ਪੜ੍ਹਨ ਵਾਸਤੇ ਕਿਸੇ ਪੰਡਤ ਦੇ ਕੋਲੋਂ, ਕਿਸੇ ਵਿਦਵਾਨ ਦੇ ਕੋਲ ਗਏ ਹੋਣ। ਪਰ ਜਦੋਂ ਉਹਨਾਂ ਦਾ ਆਪਾਂ ਜੀਵਨ ਵੇਖਦੇ ਹਾਂ ਤੇ ਜਿਹੜਾ ਅੰਦਰ ਦਾ ਗਿਆਨ ਉਹਨਾਂ ਨੂੰ ਇੰਨਾ ਹੋਇਆ ਹੈ, 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਉਚਾਰਨ ਕਰ ਦਿੱਤੀ ਹੈ। ਪਰਮਾਰਥ ਦਾ ਗਿਆਨ ਇਹ ਹੈ, ਇਹ ਗਿਆਨ ਜਿਹੜਾ ਬਾਹਰੀ ਕਿਤਾਬਾਂ ਤੋਂ, ਬਾਹਰੀ ਸਕੂਲਾਂ ਤੋਂ ਨਹੀਂ ਪ੍ਰਾਪਤ ਹੋਵੇਗਾ, ਇਹ ਕੇਵਲ ਤੇ ਕੇਵਲ ਗੁਰੂ ਦੀ ਸਿੱਖਿਆ ਤੇ ਚੱਲ ਕੇ ਅੰਦਰੋਂ ਪ੍ਰਾਪਤ ਹੋਵੇਗਾ। ਭਗਤ ਕਬੀਰ ਜੀ ਦੀ ਗੱਲ ਕਰ ਲਈਏ, ਉਹਨਾਂ ਨੂੰ ਵੀ ਅੰਦਰ ਦਾ ਗਿਆਨ ਸਤਿਗੁਰੂ ਦੀ ਕਮਾਈ ਦੇ ਨਾਲ ਹੀ ਹੋਇਆ ਹੈ। ਜਿੰਨੇ ਵੀ ਭਗਤ ਜਨ ਹਨ, ਉਹਨਾਂ ਨੂੰ ਗਿਆਨ ਸਤਿਗੁਰੂ ਜੀ ਦੀ ਸਿੱਖਿਆ ਤੇ ਚੱਲ ਕੇ ਹੀ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਦੇ ਵਿੱਚ ਕੁਝ ਬਚਨ ਵੀ ਕਹੇ ਹਨ। ਕੋਈ ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਵੇ, ਜਿੰਨਾ ਮਰਜ਼ੀ ਦਾਅਵਾ ਕਰ ਲਵੇ ਕਿ ਮੈਂ ਪਰਮਾਰਥ ਦਾ ਗਿਆਨ ਪ੍ਰਾਪਤ ਕਰ ਲਵਾਂਗਾ ਆਪਣੇ ਬਲ ਬੁੱਧੇ ਤੇ, ਆਪਣੀ ਹਿੰਮਤ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਤੇ ਸਤਿਗੁਰੂ ਜੀ ਕਹਿੰਦੇ ਉਹ ਤੇ ਵਰਕਾ ਹੀ ਪਾੜ ਦੇਵੇ ਆਪਣੇ ਮਨ ਦੇ ਵਿੱਚੋਂ ਕਿ ਆਪਣੀ ਮਿਹਨਤ ਦੇ ਨਾਲ, ਆਪਣੀ ਮਿਹਨਤ ਦੇ ਨਾਲ ਜਿਹੜਾ ਵਾ ਗਿਆਨ ਹਾਸਲ ਕਰ ਲਵੇ। ਇਹ ਹੋ ਹੀ ਨਹੀਂ ਸਕਦਾ। ਜੇ ਅੰਦਰ ਦਾ ਗਿਆਨ ਪ੍ਰਾਪਤ ਕਰਨਾ ਹੈ ਤਾਂ ਉਹਦੇ ਲਈ ਗੁਰੂ ਤੋਂ ਹੀ, ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸਿੱਖਿਆ ਦੇ ਰਾਹੀਂ ਹੀ ਉਹ ਗਿਆਨ ਪ੍ਰਾਪਤ ਕਰ ਸਕਦੇ ਹਾਂ।
ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕੁਝ ਬਚਨ ਹਨ। ਇੱਕ ਬਚਨ ਆਪਾਂ ਆਸਾ ਦੀ ਵਾਰ ਵਿੱਚੋਂ ਪੜ੍ਹਦੇ ਹਾਂ, ਰੋਜ਼ ਆਪਾਂ ਉਹਨੂੰ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਹਾਂ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਉਹ ਬਚਨ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਜੇ 100 ਚੰਦਾ ਉਗਵੇ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਮੰਨ ਲਓ 100 ਚੰਦਰਮਾ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਇੰਨਾ ਚਾਨਣ ਹੋ ਜਾਵੇ, ਪਰ ਜੇ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ, ਗੁਰੂ ਦੀ ਸਿੱਖਿਆ ਕੋਲ ਨਹੀਂ, ਗੁਰੂ ਦਾ ਉਪਦੇਸ਼ ਕੋਲ ਨਹੀਂ, ਤੇ ਬਾਹਰੀ ਤੌਰ ਤੇ ਇੰਨਾ ਗਿਆਨ ਹੈ ਪਰ ਅੰਦਰ ਜਿਹੜਾ ਉਹ ਹਨੇਰੇ ਦਾ ਹਨੇਰਾ ਹੀ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਅੰਦਰ ਘੁੱਪ ਹਨੇਰਾ ਹੀ ਹੈ। ਇੱਕ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਵਿੱਚ ਆਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹੋ ਗੱਲ ਕਰਦੇ ਹਨ, ਉਦਾਹਰਨ ਦਿੰਦਿਆਂ ਹੋਇਆ, ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਘੜਾ ਜਿਹੜਾ ਪਾਣੀ ਨਾਲ ਬਣਦਾ ਹੈ ਤੇ ਪਾਣੀ ਘੜੇ ਦੇ ਵਿੱਚ ਟਿਕਦਾ ਹੈ, ਤੇ ਇਹਦਾ ਪਰਮਾਰਥ ਦਾ ਗਿਆਨ ਗੁਰੂ ਕੋਲ ਮਿਲਣਾ ਹੈ, ਤੇ ਗੁਰੂ ਦੇ ਜਿਹੜਾ ਵਾ ਉਹ ਮਨ ਦੇ ਵਿੱਚ ਗਿਆਨ ਟਿਕਾਵੇਗਾ। ਗੁਰੂ ਤੋਂ ਬਿਨਾ ਅੰਦਰ ਗਿਆਨ ਟਿਕ ਹੀ ਨਹੀਂ ਸਕਦਾ। ਅੱਜ ਤੱਕ ਜਿੰਨੇ ਵੀ ਪ੍ਰਾਪਤ ਕੀਤਾ ਹੈ, ਬਿਨ ਸਤਿਗੁਰ ਕਿਣੇ ਨਾ ਪਾਇਓ, ਬਿਨ ਸਤਿਗੁਰ ਕਿਣੇ ਨਾ ਪਾਇਆ। ਜਿੰਨੇ ਵੀ ਗਿਆਨ ਪ੍ਰਾਪਤ ਕੀਤਾ ਹੈ, ਉਹਨੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਪ੍ਰਾਪਤ ਕੀਤਾ ਹੈ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਹੀ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਨੇ ਕੁਝ ਬਚਨ ਕਹੇ ਹਨ ਬਾਣੀ ਵਿੱਚ, ਕਿਉਂਕਿ ਅੰਦਰ ਦਾ ਗਿਆਨ ਹੀ ਸਾਨੂੰ ਪਰਮਾਰਥ ਤੱਕ ਪਹੁੰਚਾਵੇਗਾ। ਅੰਦਰ ਦਾ ਗਿਆਨ ਹੀ ਸਾਨੂੰ ਅਗਿਆਨਤਾ ਵਿੱਚੋਂ ਬਾਹਰ ਕੱਢੇਗਾ। ਅੰਦਰ ਦਾ ਗਿਆਨ ਹੀ ਸਾਨੂੰ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚੋਂ ਬਾਹਰ ਕੱਢੇਗਾ। ਜਿੰਨਾ ਚਿਰ ਸਾਨੂੰ ਅੰਦਰ ਦਾ ਗਿਆਨ ਨਹੀਂ, ਅਸੀਂ ਗੁੱਟਾਂ ਦੇ ਉੱਤੇ ਕਾਲੇ ਧਾਗੇ ਵੀ ਬੰਨਾਂਗੇ, ਪੈਰਾਂ ਦੇ ਉੱਤੇ ਕਾਲੇ ਧਾਗੇ ਬੰਨਾਂਗੇ, ਕਰਮ ਕਾਂਡ ਕਰਾਂਗੇ, ਲੋਕ ਵਿਖਾਵਾ ਕਰਾਂਗੇ, ਕਿਉਂਕਿ ਸਾਨੂੰ ਅੰਦਰ ਦੀ ਸਮਝ ਕੋਈ ਨਹੀਂ। ਜਦੋਂ ਸਮਝ ਆ ਜਾਵੇਗੀ, ਨਾ ਅਸੀਂ ਆਪਣੇ ਸਰੀਰ ਦੇ ਉੱਤੇ ਕੋਈ ਅਜਿਹਾ ਧਾਗਾ ਬੰਨਾਂਗੇ ਜਿਹੜਾ ਇੱਕ ਕਰਮ ਕਾਂਡੀ ਹੈ, ਨਾ ਅਸੀਂ ਕੋਈ ਅਜਿਹਾ ਕਰਮ ਕਾਂਡ ਕਰਾਂਗੇ ਜਿਹੜਾ ਸਾਨੂੰ ਗੁਰੂ ਪਰਮਾਤਮਾ ਤੋਂ ਦੂਰ ਕਰੇਗਾ। ਕਿਉਂਕਿ ਇਹ ਚੀਜ਼ਾਂ ਸਮਝ ਉਦੋਂ ਆਉਣਗੀਆਂ ਜਦੋਂ ਸਾਨੂੰ ਅੰਦਰ ਦਾ ਗਿਆਨ ਹੋਵੇਗਾ। ਭਗਤ ਕਬੀਰ ਜੀ, ਉਹਨਾਂ ਦਾ ਇੱਕ ਬਚਨ ਆਉਂਦਾ ਹੈ ਬਾਣੀ ਦੇ ਵਿੱਚ, ਗੌੜੀ ਰਾਗ ਦੇ ਵਿੱਚ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜਦੋਂ ਕੋਈ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਕਹੇ ਅਨੁਸਾਰ ਜੀਵਨ ਨੂੰ ਕਮਾਉਂਦਾ ਹੈ। ਜਿਸ ਤਰੀਕੇ ਨਾਲ ਗੁਰੂ ਜੁਗਤੀ ਦਿੰਦਾ ਹੈ, ਤਰੀਕਾ ਦੱਸਦਾ ਹੈ, ਗੁਰੂ ਰਸਤੇ ਤੇ ਪਾਉਂਦਾ ਹੈ, ਉਸ ਤਰੀਕੇ ਦੇ ਅਨੁਸਾਰ ਚੱਲਦਾ ਹੈ, ਆਪਣੀ ਮੈਂ ਮੇਰੀ ਨੂੰ ਮੁਕਾ ਦਿੰਦਾ ਹੈ, ਤੇ ਗੁਰੂ ਦੀ ਗੱਲ ਨੂੰ ਸੱਤ ਕਰਕੇ ਮੰਨਦਾ ਹੈ, ਉਹਨੂੰ ਅੰਦਰ ਦਾ ਗਿਆਨ ਹੁੰਦਾ ਹੈ। ਤੇ ਜਦੋਂ ਗਿਆਨ ਹੁੰਦਾ ਹੈ, ਭਗਤ ਕਬੀਰ ਜੀ ਕਹਿੰਦੇ ਹਨ ਕਿ ਉਹਦੇ ਅੰਦਰ ਦੇ ਜਿੰਨੇ ਵੀ ਮਾੜੇ ਕਰਮ ਹਨ, ਉਹ ਸਾਰੇ ਦੇ ਸਾਰੇ ਨਾਸ਼ ਹੋ ਜਾਂਦੇ ਹਨ। ਭਗਤ ਕਬੀਰ ਜੀ ਕਹਿੰਦੇ ਹਨ, ਮੈਂ ਗੁਰੂ ਦੀ ਸ਼ਰਨ ਵਿੱਚ ਗਿਆ, ਤੇ ਗੁਰੂ ਦੀ ਸ਼ਰਨ ਵਿੱਚ ਜਦੋਂ ਗਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਕੋਈ ਗਿਰ ਪਰਿਆ ਕਲੇਜੇ ਛੇਕ। ਭਗਤ ਕਬੀਰ ਜੀ ਕਹਿੰਦਾ, ਮੈਂ ਗੁਰੂ ਦੀ ਸ਼ਰਨ ਵਿੱਚ ਗਿਆ, ਆਪਣੀ ਮੈਂ ਮੈਰੀ ਮਾਰ ਕੇ ਗਿਆ, ਮੈਂ ਆਪਣਾ ਆਪ ਤਿਆਗ ਕੇ ਗਿਆ, ਤੇ ਗੁਰੂ ਨੇ ਅਜਿਹੀ ਕਿਰਪਾ ਕੀਤੀ, ਮੈਨੂੰ ਸ਼ਬਦ ਦਾ ਤੀਰ ਮਾਰਿਆ। ਸ਼ਬਦ ਜਿਹੜਾ ਤੀਰ ਵੱਜਾ ਮੇਰੇ ਹਿਰਦੇ ਦੇ ਵਿੱਚ, ਮੇਰਾ ਹਿਰਦਾ ਵਿਰੁੰਧਿਆ ਗਿਆ। ਉਸ ਸ਼ਬਦ ਦੇ ਤੀਰ ਨੇ ਇੰਨਾ ਅਸਰ ਕੀਤਾ, ਮੇਰਾ ਅੰਦਰ ਵਿੰਨਿਆ ਗਿਆ, ਤੇ ਮੈਨੂੰ ਅੰਦਰ ਦਾ ਗਿਆਨ ਹੋ ਗਿਆ, ਮੈਨੂੰ ਅੰਦਰ ਦੀ ਸਮਝ ਆ ਗਈ, ਮੈਨੂੰ ਸਾਰੀ ਸਮਝ ਆ ਗਈ ਕਿ ਪ੍ਰਮਾਤਮਾ ਨੇ ਕੀ ਖੇਡ ਰਚੀ ਹੋਈ ਹੈ। ਤੇ ਭਗਤ ਕਬੀਰ ਜੀ ਨੇ ਫਿਰ ਉਸ ਗਿਆਨ ਦੇ ਵਿੱਚੋਂ ਜੋ ਤਜਰਬਾ ਲਿਆ, ਉਹਨੂੰ ਫਿਰ ਗੌੜੀ ਰਾਗ ਦੇ ਵਿੱਚ ਦਰਜ ਕੀਤਾ ਹੈ। ਭਗਤ ਕਬੀਰ ਜੀ ਕਹਿੰਦੇ, ਵੇਖੋ ਸੰਸਾਰ ਦੇ ਲੋਕੋ, ਦੇਖੋ ਭਾਈ ਗਿਆਨ ਕੀ ਆਈ ਆਂधी। ਗਿਆਨ ਤੋਂ ਭਾਵ ਕਿ ਅੰਦਰ ਦੀ ਸਮਝ ਆ ਗਈ। ਭਾਈ ਗੁਰੂ ਭਗਤ ਕਬੀਰ ਜੀ ਬਾਹਰੀ ਤੌਰ ਤੇ ਉਦਾਹਰਨ ਦਿੰਦੇ ਹਨ, ਕਹਿੰਦੇ ਹਨੇਰੀ ਚੱਲਦੀ ਹੈ, ਹਨੇਰੀਆਂ ਚੱਲਦੀਆਂ ਹਨ, ਪਰ ਭਗਤ ਕਬੀਰ ਜੀ ਕਹਿੰਦੇ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ ਹੈ। ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਕਹਿੰਦੇ ਬਾਹਰੀ ਤੌਰ ਤੇ ਹਨੇਰੀ ਆਵੇ ਤਾਂ ਉਹ ਘਰਾਂ ਦੇ ਘਰ ਢਾ ਕੇ ਲੈ ਜਾਂਦੀ ਹੈ।
ਜਿਹੜੇ ਅੱਗੇ ਉਹਦੇ ਆ ਜਾਵੇ ਉਹਨੂੰ ਡਾ ਕੇ ਲੈ ਜਾਂਦੀ ਹੈ, ਉਹਨੂੰ ਤੈਸ਼ ਨੈਸ਼ ਕਰ ਦਿੰਦੀ ਹੈ ਬਾਹਰੀ ਤੌਰ ਤੇ ਹਨੇਰੀ। ਤੇ ਭਗਤ ਕਬੀਰ ਜੀ ਕਹਿੰਦੇ ਜਦੋਂ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ, ਇਸ ਗਿਆਨ ਦੀ ਹਨੇਰੀ ਨੇ ਮੇਰੇ ਅੰਦਰ ਪਹਿਲਾ ਕੰਮ ਇਹ ਕੀਤਾ, ਮੇਰੇ ਅੰਦਰ ਜਿਹੜੇ ਵਹਿਮ ਤੇ ਭਰਮ ਸਨ ਉਹਦੀ ਜਿਹੜੀ ਛੱਪੜੀ ਬਣੀ ਹੋਈ ਸੀ, ਟਾਟੀ ਤੋਂ ਭਾਵ ਇੱਥੇ ਛੱਪੜੀ ਜਿਹੜਾ ਮੇਰੀ ਝੁੱਗੀ ਬਣੀ ਹੋਈ ਜਾਂ ਘਰ ਬਣਿਆ ਹੋਇਆ ਸੀ ਵਹਿਮਾਂ ਭਰਮਾਂ ਦਾ, ਉਸ ਛੱਪੜੀ ਨੂੰ, ਉਸ ਛੱਪੜ ਨੂੰ ਗਿਆਨ ਦੀ ਹਨੇਰੀ ਨੇ ਢਾ ਕੇ ਰੱਖ ਦਿੱਤਾ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਤੇ ਜਿਹੜੀ ਪ੍ਰਮਾਤਮਾ ਨੇ ਮਾਇਆ ਬਣਾਈ ਹੋਈ ਹੈ, ਮਾਇਆ ਦੇ ਜੰਜਾਲ ਬਣਾਏ ਹੋਏ ਹਨ, ਇਹ ਮਾਇਆ ਵੀ ਇਸ ਗਿਆਨ ਦੀ ਹਨੇਰੀ ਅੱਗੇ ਟਿਕ ਨਹੀਂ ਪਾਈ, ਇਸ ਮਾਇਆ ਦਾ ਵੀ ਛੱਪੜ ਜਿਹੜਾ ਉੱਡ ਗਿਆ। ਭਗਤ ਕਬੀਰ ਜੀ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀਦ ਥੂਣ ਗਰਾਨੀ, ਮੋਹਿ ਪਲੇਟਾ ਟੂਟਾ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਹੜਾ ਮੇਰੇ ਅੰਦਰ ਦੁਚਿੱਤਾਪਨ ਆਪਣੇ ਤੇ ਸਾਰੀ ਗੱਲ ਢੁਕਾ ਕੇ ਸਮਾਜ ਨੂੰ ਸਿੱਖਿਆ ਦੇ ਰਹੇ ਹਨ। ਭਗਤ ਕਬੀਰ ਜੀ ਕਹਿੰਦੇ ਦੁਚਿੱਤੇ ਕੀਦ ਥੂਣ ਗਰਾਨੀ, ਆ ਜਿਹੜਾ ਛੱਪੜ ਜਿਹੜੇ ਆਸਰੇ ਤੇ ਖਲੋਤਾ ਹੋਇਆ ਸੀ, ਕਿਉਂਕਿ ਵਹਿਮ ਭਰਮ ਜਿਹੜੇ ਹਨ ਇਹ ਦੁਚਿੱਤੇਪਨ ਤੇ ਖਲੋਤੇ ਹੋਏ ਹਨ। ਜਿੰਨਾ ਚਿਰ ਤੱਕ ਸਾਡੇ ਅੰਦਰ ਜੋ ਦੁਚਿੱਤਾਪਨ ਹੈ, ਦੁਬਦਾਪਨ ਹੈ, ਦੋਗਲਾਪਨ ਹੈ, ਇਹ ਵਹਿਮ ਭਰਮ ਉਹਨਾਂ ਚਿਰ ਤੱਕ ਖੜੇ ਹੀ ਰਹਿਣਗੇ। ਪਰ ਭਗਤ ਕਬੀਰ ਜੀ ਕਹਿੰਦੇ ਗਿਆਨ ਦੀ ਹਨੇਰੀ ਨੇ ਮੇਰੇ ਅੰਦਰ ਜਿਹੜੀ ਥੂਨੀ ਤੋਂ ਬਾਅਦ ਜਿਹੜੀ ਥੰਮੀ ਬਣੀ ਹੋਈ ਸੀ, ਜਿਹਦੇ ਆਸਰੇ ਤੇ ਮਾਇਆ ਖਲੋਤੀ ਹੋਈ ਸੀ, ਜਿਹਦੇ ਆਸਰੇ ਤੇ ਵਹਿਮ ਭਰਮ ਖਲੋਤੇ ਹੋਏ ਸਨ, ਉਹ ਜਿਹੜੀ ਥੰਮੀ ਹੀ ਮੇਰੀ ਦੁਚਿੱਤੇਪਨ ਦੀ ਇਸ ਗਿਆਨ ਦੀ ਹਨੇਰੀ ਨੇ ਢਾ ਕੇ ਰੱਖ ਦਿੱਤੀ। ਦੋ ਚਿੱਤੇ ਕੀਦ ਥੂਣ ਗਰਾਨੀ, ਮੋਹ ਬਲੇਡਾ ਟੂਟਾ। ਤੇ ਮੇਰੇ ਅੰਦਰ ਜਿਹੜੇ ਮੋਹ ਦੇ ਸੰਗਲ ਪਏ ਹੋਏ ਸਨ, ਇਸ ਗਿਆਨ ਦੀ ਹਨੇਰੀ ਨੇ ਉਹ ਵੀ ਢਾ ਕੇ ਰੱਖ ਦਿੱਤੇ। ਭਗਤ ਕਬੀਰ ਜੀ ਕਹਿੰਦੇ ਦੁਚਿੱਤੇ ਕੀਦ ਥੂਣ ਗਰਾਨੀ, ਮੋਹ ਬਲੇਡਾ ਟੂਟਾ, ਤਿਸ਼ਨਾ ਸ਼ਾਨ ਪਰੀ ਤਰ ਉਪਰ, ਦੁਰਮਤ ਭਾਂਡਾ ਫੂਟਾ। ਤੇ ਮੇਰੇ ਅੰਦਰ ਜਿਹੜੇ ਤ੍ਰਿਸ਼ਨਾਪਨ ਸੀ ਉਹਦਾ ਵੀ ਛੱਪਰ ਟੁੱਟ ਗਿਆ, ਤੇ ਜਿਹੜੀ ਦੁਰਮਤ ਦਾ ਮੈਂ ਧਾਰਨੀ ਸਾਂ, ਜਿਹਦੇ ਕਰਕੇ ਮੈਂ ਵਿਕਾਰ ਕਰਦਾ ਹਾਂ, ਜਿਹਦੇ ਕਰਕੇ ਮੈਂ ਕਰਮਕਾਂਡ ਕਰਦਾ ਸਾਂ, ਜਿਹਦੇ ਕਰਕੇ ਮੈਂ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਸਾਂ, ਦੁਰਮਤ ਭਾਂਡਾ ਫੂਟਾ, ਉਹ ਦੁਰਮਤ ਦਾ ਭਾਂਡਾ ਵੀ ਮੇਰਾ ਜਿਹੜਾ ਟੁੱਟ ਗਿਆ, ਉਹ ਵੀ ਭਾਵ ਤੈਸ਼ ਨੈਸ਼ ਹੋ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਫਿਰ ਹੋਇਆ ਕਿ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀਦ ਥੂਣ ਗਰਾਨੀ, ਮੋਹ ਪਲੇਟਾ ਟੂਟਾ, ਤਿਸ਼ਨਾ ਸ਼ਾਨ ਪਰੀ ਤਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਸ਼ੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ। ਆਪਾਂ ਸਾਰੇ ਜਾਣਦੇ ਆ ਜਦੋਂ ਹਨੇਰੀ ਆਉਂਦੀ ਹੈ ਤੇ ਹਨੇਰੀ ਤੋਂ ਬਾਅਦ ਮੀਂਹ ਜਿਹੜਾ ਉਹ ਲਾਜ਼ਮੀ ਆਉਂਦਾ ਹੀ ਆਉਂਦਾ ਹੈ। ਤੇ ਜਦੋਂ ਉਹ ਮੀਂਹ ਆਉਂਦਾ ਹੈ ਤਾਂ ਹਨੇਰੀ ਜਿਹੜੀ ਉਹ ਬੈਠ ਜਾਂਦੀ ਹੈ, ਘੱਟਾ ਬੈਠ ਜਾਂਦਾ ਹੈ, ਉਹ ਮੀਂਹ ਜਿਹੜਾ ਵਾ ਸਾਰੇ ਬੰਨੇ ਸ਼ਾਂਤੀ ਠੰਡ ਵਰਸਾ ਦਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਆਂਦੀ ਪਾਛੈ ਜੋ ਜਲ ਬਰਖੈ, ਇਸ ਹਨੇਰੀ ਤੋਂ ਬਾਅਦ, ਗਿਆਨ ਦੀ ਹਨੇਰੀ ਤੋਂ ਬਾਅਦ ਮੇਰੇ ਅੰਦਰ ਪ੍ਰਮਾਤਮਾ ਦਾ ਨਾਮ ਰੂਪੀ ਮੀਂਹ ਦੀ ਝਾੜ ਚੱਲ ਗਈ। ਆਂਦੀ ਪਾਸ਼ੇ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ। ਤੇ ਇਸ ਨਾਮ ਦੀ ਵਰਖਾ ਦੇ ਵਿੱਚ ਮੇਰਾ ਭਗਤ ਕਬੀਰ ਜੀ ਕਹਿੰਦੇ ਹਨ ਜਿਹੜਾ ਮਨ ਭਿੱਜ ਗਿਆ, ਕਹੋ ਕਬੀਰ ਮਨ ਭਇਆ ਪ੍ਰਗਾਸਾ। ਉਹਦੇ ਭਾਣ ਜਬ ਚੀਨਾ, ਜਦੋਂ ਸੂਰਜ ਚੜ੍ਹਦਾ ਹੈ ਤੇ ਬਾਹਰੀ ਤੌਰ ਤੇ ਦੁਨਿਆਵੀ ਤੌਰ ਤੇ ਹਨੇਰਾ ਦੂਰ ਹੋ ਜਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਇਸੇ ਤਰੀਕੇ ਨਾਲ ਜਦੋਂ ਮੇਰੇ ਅੰਦਰ ਗਿਆਨ ਦਾ ਸੂਰਜ ਚੜ ਗਿਆ ਤੇ ਮੇਰੇ ਅੰਦਰੋਂ ਅਗਿਆਨਤਾ ਖਤਮ ਹੋ ਗਈ। ਅਗਿਆਨਤਾ ਖਤਮ ਹੋਣ ਦੇ ਨਾਲ ਨਾਲ ਆ ਜਿੰਨੇ ਵੀ ਮਾਇਆ ਦੇ ਜਾਲ ਸਨ, ਭਾਵੇਂ ਵਹਿਮ ਸਨ, ਭਾਵੇਂ ਭਰਮ ਹਨ, ਭਾਵੇਂ ਕਰਮਕਾਂਡ ਹਨ, ਤ੍ਰਿਸ਼ਨਾ ਹੈ, ਇਹ ਜਿੰਨਾ ਕੁਝ ਵੀ ਸੀ, ਭਗਤ ਕਬੀਰ ਜੀ ਕਹਿੰਦੇ ਸਾਰੇ ਦਾ ਸਾਰਾ ਕੁਝ ਮੇਰੇ ਅੰਦਰੋਂ ਬਾਹਰ ਆ ਗਿਆ। ਮੈਂ ਇਹਨਾਂ ਸਾਰਿਆਂ ਤੇ ਜਿੱਤ ਪ੍ਰਾਪਤ ਕਰ ਲਈ ਕਿਉਂਕਿ ਮੈਨੂੰ ਅੰਦਰ ਦਾ ਗਿਆਨ ਹੋ ਗਿਆ। ਇਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ ਅੰਦਰ ਚਾਨਣ ਹੋ ਗਿਆ। ਕਿਉਂਕਿ ਜਿੰਨਾ ਚਿਰ ਤੱਕ ਅੰਦਰ ਸਾਡੇ ਚਾਨਣ ਨਹੀਂ ਹੋਵੇਗਾ, ਅਸੀਂ ਦੁਚਿੱਤੇਪਨ ਦੇ ਵਿੱਚ ਹੀ ਰਵਾਂਗੇ, ਅਸੀਂ ਦੋਗਲੇਪਨ ਦੇ ਵਿੱਚ ਹੀ ਰਵਾਂਗੇ। ਜਿਹੜਾ ਵੀ ਕੋਈ ਸਾਨੂੰ ਉਂਗਲ ਲਾ ਕੇ ਲੈ ਜਾਵੇਗਾ, ਅਸੀਂ ਉਸੇ ਬੰਨੇ ਚਲੇ ਜਾਵਾਂਗੇ। ਕਿਉਂਕਿ ਸਮਝ ਕੋਈ ਨਹੀਂ, ਸਮਝ ਹੋਵੇਗੀ ਤਾਂ ਅਸੀਂ ਉਹਦੀ ਗੱਲ ਨੂੰ ਸੁਣਾਂਗੇ ਤੇ ਸੁਣ ਕੇ ਜਿਹੜਾ ਵਾ ਪਾਸੇ ਕਰ ਦੇਵਾਂਗੇ ਕਿ ਇਹ ਮਨੁੱਖ ਕਰਮਕਾਂਡੀ ਹੈ।
ਇਹਨੂੰ ਸਮਝ ਕੋਈ ਨਹੀਂ, ਕਿਉਂਕਿ ਜਿਹਨੂੰ ਸਮਝ ਹੈ ਉਹ ਕਦੇ ਵੀ ਕਰਮ ਕਾਂਡਾਂ ਵਿੱਚ ਨਹੀਂ ਪਵੇਗਾ। ਜਿਹਨੂੰ ਸਮਝ ਹੈ ਉਹ ਕਦੇ ਵੀ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪਵੇਗਾ। ਉਹਨੂੰ ਪਤਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਵਾ ਉਦਾਂ ਹੀ ਮਨੁੱਖ ਨੂੰ ਭੜਕਾਉਣ ਵਾਲੀਆਂ ਹਨ, ਪਰਮਾਤਮਾ ਤੋਂ ਦੂਰ ਕਰਨ ਵਾਲੀਆਂ ਹਨ। ਤੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਅੰਦਰ ਭਗਤੀ ਭਾਵਨਾ ਹੈ, ਭਗਤੀ ਦਾ ਬੀਜ ਬੀਜਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਨਿਰਮਲ ਧਰਮ ਦੇ ਕੰਮ ਕਰਦੇ ਹਨ, ਸਹਿਣਸ਼ੀਲਤਾ ਦੈਵੀ ਗੁਣਾਂ ਦੇ ਨਾਲ ਭਰਪੂਰ ਹੈ, ਅੰਦਰ ਦਾ ਗਿਆਨ ਹੈ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਇਹ ਸਾਰੀ ਦੇ ਸਾਰੇ ਗੁਣ ਆਏ ਕਿਵੇਂ? ਸਤਿਗੁਰ ਬਚਨਨ ਪਰਮਤ ਠਾਨੀ। ਸਤਿਗੁਰ ਜੀ ਦੇ ਬਚਨਾਂ ਦੇ ਅਨੁਸਾਰ ਆਪਣੀ ਬੁੱਧੀ ਨੂੰ ਘੜਿਆ, ਆਪਣੀ ਬੁੱਧੀ ਦੇ ਵਿੱਚ ਗੁਰੂ ਦਾ ਗਿਆਨ, ਗੁਰੂ ਦੇ ਉਪਦੇਸ਼ ਨੂੰ ਧਾਰਿਆ ਅਤੇ ਧਾਰ ਕੇ ਉਸ ਉਪਦੇਸ਼ ਦੀ ਕਮਾਈ ਕੀਤੀ, ਉਸ ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਨੂੰ ਕਮਾਇਆ। ਬੁੱਧ ਸਤਿਗੁਰ ਸੋ ਰਹਿਤ ਹਜ਼ੂਰ। ਬੁੱਧ ਸਤਿਗੁਰ ਸੋ ਰਹਿਤ ਹਜ਼ੂਰ। ਕਿਉਂਕਿ ਭਾਈ ਮਨੀ ਸਿੰਘ ਜੀ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਰਹੇ ਹਨ, ਸਤਿਗੁਰ ਜੀ ਦੀ ਸ਼ਰਨ ਵਿੱਚ ਰਹੇ ਹਨ। ਕਿਉਂਕਿ ਭਾਈ ਮਨੀ ਸਿੰਘ ਜੀ ਇਤਿਹਾਸਕਾਰ ਕਹਿੰਦੇ ਹਨ ਬਚਪਨ ਦੇ ਵਿੱਚ ਕਈ ਵਿਦਵਾਨ 5 ਸਾਲ ਦੀ ਉਮਰ ਲਿਖਦੇ ਹਨ, ਕਈ ਵਿਦਵਾਨ 7 ਸਾਲ ਦੀ ਉਮਰ ਲਿਖਦੇ ਹਨ। ਲਗਭਗ 7 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਇਤਿਹਾਸਕਾਰ ਕਹਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ ਸਨ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਗਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਦੀ ਪਾਲਣਾ ਪੋਸ਼ਣ ਦਾ ਹਰੇਕ ਪ੍ਰਬੰਧ ਕੀਤਾ, ਇਹਨਾਂ ਨੂੰ ਤਾਲੀਮ ਦਿੱਤੀ, ਇਹਨਾਂ ਨੂੰ ਦੁਨਿਆਵੀ ਪੜ੍ਹਾਈ ਦਿੱਤੀ, ਇਹਨਾਂ ਨੂੰ ਗੁਰਮੁਖੀ ਪੜ੍ਹਾਈ। ਭਾਈ ਮਨੀ ਸਿੰਘ ਜੀ ਨੂੰ ਹਰੇਕ ਵਿਦਿਆ ਦੇ ਵਿੱਚ ਨਿਪੁੰਨ ਕੀਤਾ। ਤੇ ਜਿਸ ਵਕਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋਤੀ ਜੋਤ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣੇ ਤੇ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਕੀਤੀ। ਇਤਿਹਾਸਕਾਰ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਭਾਈ ਮਨੀ ਸਿੰਘ ਜੀ ਇਹ ਸਿਰਫ 2 ਸਾਲ ਦੇ ਫਰਕ ਤੇ ਹਨ, ਭਾਵ ਕਿ 1 ਸਾਲ ਦੇ ਹਾਣੀ ਹੀ ਹਨ। ਦੋਵਾਂ ਨੇ ਬਚਪਨ ਵਿੱਚ ਪੜ੍ਹਿਆ ਹੈ, ਬਚਪਨ ਵਿੱਚ ਖੇਡਿਆ ਹੈ, ਦੋਵਾਂ ਜਾਣਿਆਂ ਨੇ ਇਕੱਠਿਆਂ ਜੇ ਬਚਪਨ ਨੂੰ ਇਹਨਾਂ ਨੇ ਬਤੀਤ ਕੀਤਾ ਹੈ। ਤੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹੇ ਹਨ ਭਾਈ ਮਨੀ ਸਿੰਘ ਜੀ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਉਸੇ ਤਰੀਕੇ ਨਾਲ ਇਹਨਾਂ ਕਮਾਇਆ। ਇਤਿਹਾਸਕਾਰ ਇਥੋਂ ਤੱਕ ਕਹਿੰਦੇ ਹਨ ਗੁਰੂ ਸਾਹਿਬ ਜੀ ਇਹਨਾਂ ਨੂੰ ਮਣੀਆਂ ਕਰਕੇ ਬੁਲਾਉਂਦੇ ਸਨ। ਤੇ ਜਿਸ ਵਕਤ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਭਾਈ ਮਨੀ ਸਿੰਘ ਜੀ ਨੇ ਵੀ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣ ਗਏ। ਇਹ ਭਾਈ ਮਨੀ ਸਿੰਘ ਜੀ ਅੰਮ੍ਰਿਤ ਛਕਿਆ ਤੇ ਮਨੀ ਸਿੰਘ ਜੀ ਬਣ ਗਏ। ਸਮਾਂ ਲੰਘਦਾ ਗਿਆ, ਆਨੰਦਪੁਰ ਸਾਹਿਬ ਨੂੰ ਘੇਰਾ ਪਿਆ। 1704 ਵਿੱਚ ਸਰਸਾ ਨਦੀ ਤੇ ਆ ਕੇ ਭਾਈ ਮਨੀ ਸਿੰਘ ਜੀ ਗੁਰੂ ਦੇ ਮਹਿਲਾਂ ਦੇ ਨਾਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਇਹ ਦਿੱਲੀ ਦੀ ਧਰਤੀ ਤੇ ਪਹੁੰਚ ਗਏ ਹਨ। ਪਰ ਜਿਸ ਵਕਤ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪੁੱਤਰਾਂ ਨੂੰ ਸ਼ਹਾਦਤ ਦਾ ਜਾਮ ਪਿਆ ਕੇ ਆਪਣੇ ਪੁੱਤਰਾਂ ਨੂੰ ਪੰਥ ਉਤੋਂ ਕੁਰਬਾਨ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਤੇ ਭਾਈ ਮਨੀ ਸਿੰਘ ਜੀ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਆ ਗਏ ਹਨ। ਇੱਥੇ ਆ ਕੇ ਭਾਈ ਮਨੀ ਸਿੰਘ ਨੇ ਫਿਰ ਗੁਰੂ ਦੀ ਸ਼ਰਨ ਕੀਤੀ, ਗੁਰੂ ਦੀ ਸਿੱਖਿਆ ਨੂੰ ਕਮਾਇਆ ਤੇ ਇਸੇ ਹੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਅਹਿਮ ਕਾਰਜ ਕੀਤਾ। ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਕਰਵਾਈ ਅਤੇ 30 ਰਾਗਾਂ ਤੋਂ 31 ਰਾਗ ਕਰ ਦਿੱਤੇ। ਭਾਵ ਕਿ ਪਹਿਲਾਂ 30 ਰਾਗਾਂ ਦੇ ਵਿੱਚ ਬਾਣੀ ਸੀ ਤੇ 31ਵਾਂ ਰਾਗ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੋਇਆ ਸੀ ਜੈਜਾਵੰਤੀ ਰਾਗ, ਉਸ ਰਾਗ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕਰ ਦਿੱਤਾ। ਤੇ ਇਹ ਭਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 15 ਰਾਗਾਂ ਦੇ ਵਿੱਚ ਉਚਾਰੀ ਹੋਈ ਬਾਣੀ ਅਤੇ ਸ਼ਲੋਕ ਜਿਹੜੇ ਆਪਾਂ ਨੌਵੇਂ ਪਾਤਸ਼ਾਹ ਦੇ ਪੜ੍ਹਦੇ ਹਾਂ 57 ਸ਼ਲੋਕ ਉਹ ਦਰਜ ਕਰ ਦਿੱਤੇ। ਤੇ ਇਹ ਅਹਿਮ ਕਾਰਜ ਭਾਈ ਮਨੀ ਸਿੰਘ ਜੀ ਤੋਂ ਕਰਵਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਇਹ ਲਿਖਤ ਕੀਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਾਉਂਦੇ ਹਨ ਤੇ ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲਿਖਦੇ ਹਨ। ਇਹ ਸੇਵਾ ਕੀਤੀ ਭਾਈ ਮਨੀ ਸਿੰਘ ਜੀ ਨੇ ਅਤੇ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਆਪਣੇ ਜੀਵਨ ਨੂੰ ਗੁਜ਼ਾਰਦੇ ਰਹੇ। ਤੇ ਜਿਸ ਵਕਤ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਕੋਲ ਰਹਿੰਦੇ ਹਨ ਦਿੱਲੀ ਦੀ ਧਰਤੀ ਤੇ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ
ਉਹ 1708 ਵਿੱਚ ਜੋਤੀ ਜੋਤ ਸਮਾ ਗਏ ਹਨ ਤੇ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕਰਦੇ ਹਨ ਤੇ ਮਾਤਾ ਸੁੰਦਰੀ ਜੀ ਨੇ 1721 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰਕੇ ਭਾਈ ਮਣੀ ਸਿੰਘ ਜੀ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਭੇਜ ਦਿੱਤਾ, ਕਿਉਂਕਿ ਇੰਨਾ ਗਿਆਨ ਭਾਈ ਮਣੀ ਸਿੰਘ ਨੂੰ ਤਾਂ ਹੋਇਆ, ਉਹਨਾਂ ਨੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਰਹੇ, ਸਤਿਗੁਰ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸਤਿਗੁਰ ਜੀ ਦੀ ਸਿੱਖਿਆ ਨੂੰ ਕਮਾਇਆ, ਉਪਦੇਸ਼ ਨੂੰ ਕਮਾਇਆ ਅਤੇ ਜਿਵੇਂ ਗੁਰੂ ਕਹੀ ਗਏ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲੀ ਗਏ। ਖੁਦ ਸਤਿਗੁਰ ਤੋਂ ਰਹਿਤ ਹਜ਼ੂਰ ਭਾਈ ਮਣੀ ਸਿੰਘ ਜੀ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਏਡੀ ਵੱਡੀ ਪਦਵੀ ਨੂੰ ਪ੍ਰਾਪਤ ਕੀਤਾ, ਦੈਵੀ ਗੁਣਾਂ ਨੂੰ ਹਾਸਲ ਕੀਤਾ। ਸਤਿਗੁਰ ਭਾਈ ਮਣੀ ਸਿੰਘ ਜੀ ਨੇ ਸਹਿਣਸ਼ੀਲਤਾ ਵਾਲੇ ਗੁਣ ਜਿਹੜੇ ਸਨ ਉਹਨਾਂ ਨੂੰ ਆਪਣੇ ਅੰਦਰ ਪ੍ਰਾਪਤ ਕੀਤਾ ਅਤੇ ਜਿਹੜਾ ਗਿਆਨ ਸੀ ਉਹਨੂੰ ਭਾਈ ਮਣੀ ਸਿੰਘ ਨੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਪ੍ਰਾਪਤ ਕੀਤਾ। ਜਿਸ ਕਰ ਭਇਓ ਸੋ ਗੁਰਮਤ ਦੂਰ ਪੂਰ, ਇਸ ਕਰਕੇ ਭਾਈ ਮਣੀ ਸਿੰਘ ਜੀ ਗੁਰਮਤ ਵਿੱਚ ਭਰਪੂਰ ਹਨ। ਗੁਰਮਤ ਤੋਂ ਭਾਵ ਕਿ ਗੁਰੂ ਦੀ ਮੱਤ ਦੇ ਵਿੱਚ ਭਰਪੂਰ ਹਨ, ਗੁਰੂ ਦੀ ਮੱਤ ਦੇ ਧਾਰਨੀ ਹਨ। ਸਤਿਗੁਰ ਜੀ ਦੀ ਬਾਣੀ ਵਿੱਚ ਇੱਕ ਵਚਨ ਆਉਂਦਾ ਹੈ, ਸਤਿਗੁਰ ਜੀ ਕਹਿੰਦੇ ਹਨ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ ਹਨ ਤੇ ਜਿਹਨੇ ਭਗਤੀ ਕਰਨੀ ਹੈ ਉਹਨੂੰ ਗੁਰੂ ਦੀ ਮੱਤ ਲੈਣੀ ਪਵੇਗੀ, ਕਿਉਂਕਿ ਇੱਕ ਮਨ ਮਤ ਹੈ, ਇੱਕ ਦੁਰ ਮਤ ਹੈ, ਇੱਕ ਅਨ ਮਤ ਹੈ ਅਤੇ ਇੱਕ ਗੁਰ ਮਤ ਹੈ। ਮਨੁੱਖ ਅਨ ਮਤ, ਦੁਰਮਤ ਤੇ ਮਨ ਮਤ ਦਾ ਧਾਰਨੀ ਹੈ, ਆਪਣੇ ਮਨ ਪਿੱਛੇ ਚੱਲਣ ਕਰਕੇ ਦੁਰਮਤ ਦੇ ਵਿੱਚ ਫਸਿਆ ਹੋਇਆ ਭੈੜੀ ਮਤ ਦਾ ਧਾਰਨੀ ਹੈ, ਹੋਰਾਂ ਦੀਆਂ ਸਲਾਹਾਂ ਦੇ ਵਿੱਚ ਰੁੱਝਿਆ ਹੋਇਆ ਹੈ। ਪਰ ਜਿਹੜੀ ਮਤ ਦਾ ਧਾਰਨੀ ਹੋਣਾ ਸੀ ਇਸ ਮਨੁੱਖ ਨੇ, ਉਹ ਮਨੁੱਖ ਨੇ ਜਿਹੜਾ ਉਸ ਮਤ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਉਹ ਮਤ ਸੀ ਗੁਰੂ ਦੀ ਮਤ, ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਤੇ ਸਤਿਗੁਰੂ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਮਣੀ ਸਿੰਘ ਜੀ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗੁਰੂ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਕਮਾਇਆ। ਇਸ ਕਰਕੇ ਉਹਨਾਂ ਨੂੰ ਗੁਰੂ ਦੀ ਸ਼ਰਨ ਵਿੱਚ ਰਹਿਣ ਕਰਕੇ ਉਹ ਗੁਰਮਤ ਦੇ ਧਾਰਨੀ ਹਨ, ਗੁਰਮਤ ਦੇ ਵਿੱਚ ਭਰਪੂਰ ਹਨ। ਗੁਰੂ ਦੀ ਮੱਤ ਦੇ ਅਨੁਸਾਰ ਉਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।